ਕਿੱਦਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਾਂਗਰਸ ਨੇ ਜਿਹੜੇ ਨਵੇਂ ਐਲਾਨ ਕੀਤੇ ਨੇ, ਖਾਸ ਕਰਕੇ ਅਹੁਦੇਦਾਰੀਆਂ ਤੋਂ ਲੈ ਕੇ। ਮੀਡੀਆ ਦੇ ਵਿੱਚ ਖਬਰਾਂ ਅਹੁਦੇਦਾਰੀਆਂ ਦੀਆਂ ਨੇ, ਪਰ ਜਿਹੜੀ ਅਸਲ ਖਬਰ ਇਹ ਕਹਿ ਰਹੀ ਹੈ ਸ਼ਰਮਾ ਜੀ ਕਿ ਕਾਂਗਰਸੀਆਂ ਤੋਂ ਗਰਦ ਝਾੜ ਕੇ ਰਾਹੁਲ ਨੇ ਪੰਜਾਬ ਨੂੰ ਮੋੜਤੇ ਜੀ। ਪ੍ਰਵੀਨ ਜੀ, ਲੰਮੇ ਸਮੇਂ ਤੋਂ ਇਹ ਜੱਦੋਜਹਿਦ ਸੀਗੀ। 3-4 ਬੈਠਕਾਂ ਦਿੱਲੀ ਬੁਲਾ ਕੇ ਹੋ ਰਹੀਆਂ ਸੀ, ਸਾਰੀ ਲੀਡਰਸ਼ਿਪ ਵੀ ਬੁਲਾ ਲਈ, ਮੁਰਲੇ ਲੀਡਰ ਵੀ ਵੱਖ-ਵੱਖ ਬੁਲਾ ਲਏ। ਸੋ 3-4 ਮੀਟਿੰਗਾਂ ਤੋਂ ਬਾਅਦ ਲਗਭਗ ਇਹ ਸੀਗਾ ਕਿ ਇਸ ਹਫ਼ਤੇ ਦੇ ਵਿੱਚ ਕੰਮ ਹੋ ਜਾਣਾ। ਪਿਛਲੇ 2-3 ਦਿਨਾਂ ਤੋਂ ਉਡੀਕਿਆ ਜਾ ਰਿਹਾ ਸੀ ਕਿ ਆਖਰ ਕੀ ਫੈਸਲਾ ਹੋ ਕੇ ਆਉਂਦਾ। ਰਾਹੁਲ ਗਾਂਧੀ ਵੱਲੋਂ ਇੱਕ ਤਰੀਕੇ ਨਾਲ ਮਤਲਬ ਕਿ ਚਰਨਜੀਤ ਚੰਨੀ ਦੇ ਨਾਂ ਨੂੰ ਬਤੌਰ ਪ੍ਰਧਾਨ ਮਨਜ਼ੂਰੀ ਦੇ ਦਿੱਤੀ ਗਈ ਸੀ। ਰਾਹੁਲ ਔਰ ਸੋਨੀਆ ਇਸ ਗੱਲ ਲਈ ਸਹਿਮਤ ਸੀਗੇ, ਪਰ ਵੇਣੂਗੋਪਾਲ ਐਂਡ ਪਾਰਟੀ ਤੇ ਹੋਰ ਉਹ ਰਾਹੁਲ ਨੂੰ ਇਸ ਗੱਲ ਲਈ ਮਜਬੂਰ ਕਰ ਰਹੇ ਸੀਗੇ, ਸੰਗਠਨ ਨੂੰ ਨਾ ਛੇੜੋ ਜੀ, ਇਸ ਮੌਕੇ ਗਲਤ ਸੁਨੇਹਾ ਜਾਊਗਾ ਜੀ, ਹੈ ਨਾ, ਪ੍ਰਧਾਨ ਨਾ ਬਦਲੋ। ਸੋ ਇਹਦੇ ਵਿੱਚ ਰਾਜਾ ਵੜਿੰਗ ਵੀ, ਦੇਖੋ ਕਾਂਗਰਸ ਦੇ ਵਿੱਚ ਇੱਕ ਤਰੀਕਾ ਤਾਂ ਹੈਗਾ ਨਾ ਕਿ ਉੱਥੇ ਆਪਣੇ ਆਪਣੇ ਆਕਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੇ ਰਾਹੀਂ ਸੈਟਿੰਗ ਹੁੰਦੀ ਹੈ। ਕੋਈ ਸ਼ੱਕ ਨਹੀਂ ਕਿ ਰਾਜਾ ਵੜਿੰਗ ਰਾਹੁਲ ਗਾਂਧੀ ਦੀ ਵੀ ਗੁੱਡ ਬੁੱਕ ਚ ਨੇ। ਉਹ ਰਾਹੁਲ ਗਾਂਧੀ ਪਿਛਲੇ ਦਿਨਾਂ ਚ ਵੀ ਜਦੋਂ ਬਦਲਣ ਦੀ ਕਵਾਇਦ ਆਈ ਸੀ ਤਦ ਰਾਜਾ ਵੜਿੰਗ ਦੇ ਹੱਕ ਚ ਖੜੇ ਸੀ ਕਿ ਰਹਿਣ ਦੋ ਵੀ, ਔਖੇ ਸਮੇਂ ਖੜਾ ਤਾਂ ਰਿਹਾ, ਬਾਕੀ ਦਾ ਕਿਨਾਰਾ ਕਰਕੇ ਸੀ। ਚੰਨੀ ਵੀ ਤਦ ਵਿਦੇਸ਼ ਨੂੰ ਚਲੇ ਗਏ ਸੀ। ਸੋ ਇਸ ਲਈ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਵੀ ਰਾਜਾ ਵੜਿੰਗ ਦੇ ਪ੍ਰਤੀ ਇਹ ਹੈਗਾ। ਸੋ ਉਹਦਾ ਹੀ ਨਤੀਜਾ ਹੋਇਆ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਬਚੀ ਰਹੀ। ਪਰ ਜਿਹੜਾ ਫਾਰਮੂਲਾ ਇਹ ਲਿਆਉਣਾ ਚਾਹੁੰਦੇ ਸੀਗੇ ਕਿ ਇਹ ਵਿਰੋਧੀ ਧਿਰ ਦੇ ਲੀਡਰ ਵੀ ਜੱਟ ਸਿੱਖ ਚਿਹਰਾ ਹੈ ਤੇ ਪ੍ਰਧਾਨ ਵੀ ਜੱਟ ਸਿੱਖ ਚਿਹਰਾ, ਉਹ ਚੋਂ ਇੱਕ ਬਦਲ ਲਈ, ਉਹ ਬਦਲਿਆ ਨਹੀਂ ਗਿਆ। ਉਹ ਦੋਨੇ ਮੁੱਖ ਉਹਦੇ ਉੱਥੇ ਹੀ ਰਹਿ ਗਏ। ਪਰ ਇਹਨਾਂ ਦੀ ਨਜ਼ਰ ਐਸੀ ਵੋਟ ਤੇ ਆ ਪੰਜਾਬ ਦੀ ਕਿ ਐਸੀ ਭਾਈਚਾਰੇ ਦੀ ਵੋਟ ਅਹਿਮੀਅਤ ਰੱਖਦੀ, ਜਿਹੜੀ 31-32% ਦੇ ਗੇੜ ਚ ਹੈਗੀ ਆ। ਇਸ ਲਈ ਇਹਨਾਂ ਨੇ ਫਿਰ ਫੈਸਲਾ ਕੀਤਾ ਕਿ ਆਪਾਂ ਚੰਨੀ ਨੂੰ ਕੰਪੇਨ ਕਮੇਟੀ ਦਾ ਮੁਖੀ ਬਣਾ ਦਿਓ। ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਤਦ ਚੰਨੀ ਮੰਨੇ ਨਹੀਂ ਸੀ। ਈਵਨ ਵਿਜੇਂਦਰ ਸਿੰਗਲਾ ਵੀ ਕਾਰਜਕਾਰੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਹੋਏ ਸੀ। ਸੋ ਇਸ ਲਈ ਹੁਣ ਫਿਰ ਕਾਂਗਰਸ ਨੇ ਲਗਭਗ ਸਾਰੇ ਖੇਤਰ, ਮਾਝਾ, ਮਾਲਵਾ, ਦੁਆਬਾ, ਪੁਆਧ ਦੇ ਨਾਲ ਸਾਰਿਆਂ ਨੂੰ, ਤੇ ਫਿਰ ਉਸ ਤੋਂ ਬਾਅਦ ਸਾਰੀ ਮੁੱਢਲੀ ਲੀਡਰਸ਼ਿਪ ਨੂੰ ਐਡਜਸਟਮੈਂਟਾਂ ਕੀਤੀਆਂ ਨੇ ਤਾਂ ਕਿ ਸਾਰਿਆਂ ਦੇ ਨਾਮ, 15-20 ਜਣਿਆਂ ਦੇ ਨਾਮ, ਮਤਲਬ 14 ਦੇ ਕਰੀਬ, 21 ਦੇ ਕਰੀਬ ਨਾਂ ਨੇ ਜਿਹੜੇ 4 ਕਮੇਟੀਆਂ ਐਡਜਸਟ ਕੀਤੇ ਨੇ। 4 ਕਮੇਟੀਆਂ ਤੇ ਇੱਕ ਪ੍ਰਧਾਨ ਤੇ ਉਹ ਸਾਰਾ ਕੁਝ ਜੋ ਹੈਗਾ ਨਾ। ਸੋ ਇਸ ਤਰੀਕੇ ਨਾਲ ਐਡਜਸਟਮੈਂਟ ਹੈ। ਹੁਣ ਇਹਦੇ ਵਿੱਚ ਸਭ ਤੋਂ ਅਹਿਮ ਜਿਹੜੀ ਕਮੇਟੀ ਮੰਨੀ ਜਾਂਦੀ ਹੈ ਉਹ ਹੈ ਕੰਪੇਨ ਕਮੇਟੀ, ਚੋਣ ਪ੍ਰਚਾਰ ਕਮੇਟੀ। ਉਹਦੇ ਮੁਖੀ ਚਰਨਜੀਤ ਚੰਨੀ ਲਾ ਦਿੱਤੇ ਗਏ ਨੇ ਕਿ ਜੀ ਸਾਰਾ ਰੋਡ ਮੈਪ, ਰੋਡ ਸ਼ੋਅ ਦਾ, ਰੈਲੀਆਂ ਦਾ, ਪ੍ਰਚਾਰ ਦਾ, ਹੈ ਨਾ, ਉਹ ਸਾਰਾ ਜੀ ਚਰਨਜੀਤ ਚੰਨੀ ਦੇਖਣਗੇ। ਕੰਪੇਨ ਕਮੇਟੀ ਦੇ ਮੁਖੀ ਹੋਣਗੇ। ਥੋੜੇ ਧਿਆਨ ਚ ਹੋਣਾ, ਜਦੋਂ ਅਮਰਿੰਦਰ ਸਿੰਘ ਦਾ ਪਹਿਲਾ ਕਾਰਜਕਾਲ ਸੀ, ਉਹ ਨਿਬੜਨ ਤੋਂ ਬਾਅਦ ਜਦੋਂ ਚੋਣ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਮੁੜ ਚਾਹੁੰਦੇ ਸੀ ਕਿ ਮੈਨੂੰ ਪ੍ਰਧਾਨ ਥਾਪੋ। ਬਿਲਕੁਲ। ਕਾਂਗਰਸ ਹਾਈ ਕਮਾਂਡ ਨੇ ਕਿਹਾ ਕਿ ਨਹੀਂ, ਪ੍ਰਧਾਨ ਨਹੀਂ ਬਦਲਾਂਗੇ, ਤੁਹਾਨੂੰ ਕੰਪੇਨ ਕਮੇਟੀ ਦਾ ਮੁਖੀ ਲਾ ਕੇ ਨਾਲ ਜਿਪਸੀ ਚ ਚੜਾ ਦਿੰਦੇ ਆ, ਤੁਰੋ ਫਿਰੋ ਇਕੱਠੇ, ਬਾਅਦ ਚ ਜੇ ਸਰਕਾਰ ਆ ਗਈ ਤੁਸੀਂ ਬਣ ਜਾਓ ਮੁੱਖ ਮੰਤਰੀ। ਸਹੀ ਆ। ਉਸ ਸਮੇਂ ਸ਼ਮਸ਼ੇਰ ਸਿੰਘ ਦੁੱਲੋਂ ਸੀਗੇ ਪੰਜਾਬ ਕਾਂਗਰਸ ਦੇ ਪ੍ਰਧਾਨ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੰਪੇਨ ਕਮੇਟੀ ਦਾ ਮੁਖੀ ਲਾ ਕੇ, ਚੋਣ ਪ੍ਰਚਾਰ ਕਮੇਟੀ ਦਾ ਮੁਖੀ ਲਾ ਕੇ ਇਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜਾਬ ਯਾਤਰਾ ਸ਼ੁਰੂ ਕੀਤੀ ਸੀ, ਖੁੱਲੀ ਜਿਪਸੀ ਜੀ ਚੜ ਕੇ, ਕਦੇ ਵੱਟਾਂ ਤੇ ਬੈਠ ਕੇ, ਕਦੇ ਲੱਸੀ ਪੀਣ ਲੱਗੇ, ਕਦੇ ਕੁਛ ਕਰਨ ਲੱਗੇ। ਇਹ ਕੁਛ ਉਹ ਹੁਣ ਉਹੀ ਤਰੀਕਾ ਸਮਝ ਲਓ ਦੁਬਾਰਾ ਅਪਣਾਇਆ ਕਿ ਪ੍ਰਧਾਨ ਨਾ ਛੇੜੋ, ਕੰਪੇਨ ਕਮੇਟੀ ਦਾ ਮੁਖੀ ਲਾ ਲਓ। ਫਰਕ ਬਸ ਇਹ ਹੈ ਕਿ ਉਸ ਸਮੇਂ ਜਿਹੜਾ ਪ੍ਰਧਾਨ ਸੀਗਾ ਉਹ ਐਸੀ ਭਾਈਚਾਰੇ ਚੋਂ ਆਉਂਦਾ ਸੀ, ਤੇ ਜਿਹੜਾ ਕੰਪੇਨ ਕਮੇਟੀ ਦਾ ਮੁਖੀ ਸੀ ਉਹ ਜੱਟ ਸਿੱਖ ਚਿਹਰਾ ਸੀ। ਇਸ ਵਾਰ ਉਲਟਾ ਹੈ, ਕੰਪੇਨ ਕਮੇਟੀ ਦਾ ਮੁਖੀ ਐਸੀ ਭਾਈਚਾਰੇ ਚੋਂ ਹੈ, ਜਿਹੜਾ ਪ੍ਰਧਾਨ ਹੈ ਜੱਟ ਸਿੱਖ ਚਿਹਰਾ। ਪਰ ਫਾਰਮੂਲਾ ਉਹੀ ਹੈ, ਕੱਲਾ ਇਹੀ ਨਹੀਂ, ਬਾਕੀਆਂ ਨੂੰ ਵੀ ਐਡਜਸਟ ਕਰਤਾ। ਮਤਲਬ ਕਿ ਜੇ ਪ੍ਰਤਾਪ ਬਾਜਵਾ ਆਪਣੀ ਕੁਰਸੀ ਬਚਾਉਣ ਚ ਕਾਮਯਾਬ ਹੋਏ ਤੇ ਰਾਜਾ ਵੜਿੰਗ ਆਪਣੀ ਕੁਰਸੀ ਬਚਾਉਣ ਚ ਕਾਮਯਾਬ ਹੋਏ, ਤਾਂ ਸੁਖਜਿੰਦਰ ਰੰਧਾਵਾ ਵੀ ਐਡਜਸਟ ਕਰਤੇ ਕਿ ਕੋਰ ਕਮੇਟੀ ਦੇ ਮੁਖੀ ਤੁਸੀਂ ਲਾਏ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਡਾਕਟਰ ਅਮਰ ਸਿੰਘ ਨੂੰ ਲਾਤਾ ਜੀ ਕਿ ਜਿਹੜਾ ਸਾਰਾ ਕੰਮ ਦੇਖਣਾ ਤੁਸੀਂ, ਉਹ ਤੁਸੀਂ ਦੇਖਣਾ, ਜਿਹੜਾ ਮੈਨੀਫੈਸਟੋ ਵਾਲਾ ਜਿਵੇਂ ਹੈਗਾ। ਸੋ ਲਗਭਗ 4 ਕਮੇਟੀਆਂ, ਇਲੈਕਸ਼ਨ ਕੰਪੇਨ ਕਮੇਟੀ, ਚਰਨਜੀਤ ਚੰਨੀ ਮੁਖੀ ਨੇ, ਉਹਨਾਂ ਦੇ ਨਾਲ ਸੁਖਪਾਲ ਖਹਿਰਾ, ਰਾਣਾ ਗੁਰਜੀਤ, ਡਾਕਟਰ ਧਰਮਵੀਰ ਗਾਂਧੀ ਇੱਕੋ ਕਮੇਟੀ ਚ ਰੱਖੇ ਨੇ, ਹੈ ਨਾ। ਤੇ ਇੱਧਰ ਵਿਜੇਂਦਰ ਸਿੰਗਲਾ ਨੂੰ ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਬਣਾਇਆ, ਉਹਦਾ ਮੁਖੀ ਲਾਇਆ ਜੀ, ਹੈ ਨਾ। ਇਹ ਇੱਕ ਤਰੀਕੇ ਨਾਲ ਐਡਜਸਟਮੈਂਟਾਂ ਨੇ, ਬਸ ਇਹ ਤੋਂ ਵੱਧ ਕੇ ਕੁਛ ਨੀ ਗਾ, ਹੈ ਨਾ। ਉਹਦੇ ਵਿੱਚ ਵਿਜੇਂਦਰ ਸਿੰਗਲਾ ਨੂੰ ਪ੍ਰਧਾਨ ਲਾਤਾ, ਓਪੀ ਸੋਨੀ, ਰਜੀਆ ਸੁਲਤਾਨਾ, ਕੁਲਜੀਤ ਨਾਗਰਾ, ਅੰਗਦ ਸੈਣੀ, ਭਾਰਤ ਭੂਸ਼ਣ ਆਸ਼ੂ, ਇਹ ਉਹਨਾਂ ਦੇ ਨਾਲ ਮਤਲਬ ਕਿ ਸਹਾਇਕ ਵਜੋਂ ਲਾਏ ਨੇ।
ਉਪ ਪ੍ਰਧਾਨ ਕਹਿ ਲਓ, ਸਾਰਾ ਕੁਝ ਕਹਿ ਲਓ। ਹੂੰ ਹੂੰ ਫਿਰ ਕੋਰ ਕਮੇਟੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਾਗਡੋਰ ਸੌਂਪੀ ਆ, ਹੂੰ ਤੇ ਮੈਨੀਫੈਸਟੋ ਕਮੇਟੀ ਡਾਕਟਰ ਅਮਰ ਸਿੰਘ ਨੂੰ ਸੌਂਪੀ ਆ। ਇਹਨਾਂ ਦੇ ਨਾਲ ਗੁਰਜੀਤ ਔਜਲਾ ਨੂੰ ਲਾਇਆ, ਪ੍ਰਗਟ ਸਿੰਘ ਨੂੰ ਲਾਇਆ, ਹਰਦਿਆਲ ਕੰਬੋਜ ਨੂੰ ਲਾਇਆ, ਤੇ ਜੀ ਸੁਖਜਿੰਦਰ ਸਰਕਾਰੀਆਂ ਨੂੰ ਲਾਇਆ। ਤੇ ਫਿਰ ਸੰਗਠਨਾਤਮਕ ਤੌਰ ਦੇ ਉੱਤੇ ਜੇ ਆਪਾਂ ਦੇਖੀਏ, ਸੰਗਠਨ ਦੇ ਤੌਰ ਦੇ ਉੱਤੇ ਆਪਾਂ ਦੇਖੀਏ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਨੇ, ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ, ਜੀ ਤੇ ਸੁਖਜਿੰਦਰ ਡੈਨੀ ਤੇ ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਇਹਨਾਂ ਨੂੰ ਨਾਲ ਕਾਰਜਕਾਰੀ ਪ੍ਰਧਾਨ ਲਾਇਆ। ਸੋ ਕਾਂਗਰਸ ਨੇ ਇੱਕ ਤਰੀਕੇ ਨਾਲ, ਜਿਵੇਂ ਉਹ ਕੱਪੜੇ ਦੀ ਦੁਕਾਨ 'ਚ ਥਾਨ ਪਏ ਹੁੰਦੇ ਨੇ ਨਾ, ਤੇ ਉਹ ਫਿਰ ਝਾੜਨ ਲਈ ਉਹਨਾਂ ਨੇ ਝਾੜਾ ਰੱਖਿਆ ਹੁੰਦਾ, ਕਿ ਉਹ ਡੰਡੇ ਜੇ ਨਾਲ ਮਤਲਬ ਕਿ ਹਨਾ ਕੱਪੜਾ ਲਪੇਟ ਕੇ ਉਹਦੇ ਧਾਗਾ ਜਾਂ ਤਾਰ ਲਪੇਟੀ ਹੁੰਦੀ ਹੈ, ਤੇ ਉਹ ਫਿਰ ਉਹਦੇ ਨਾਲ ਗਰਦ ਝਾੜ ਦਿੰਦੇ ਨੇ। ਬਸ ਇਹ ਹੁਣ ਸਹੀ ਹੈ, ਸਾਰੇ ਉਹੀ ਪੁਰਾਣੇ ਕਾਂਗਰਸੀਆਂ ਤੋਂ ਗਰਦ ਝਾੜ ਕੇ ਜੇ ਉਹਨਾਂ ਨੂੰ ਪੰਜਾਬ ਨੂੰ ਤੋਰਤਾ ਕਿ ਚਲੋ ਹੁਣ ਮੂੰਹ ਧੋ ਕੇ ਤੁਸੀਂ ਕਰੋ ਪ੍ਰਚਾਰ। ਦੇਖਦੇ ਆ ਕਿੰਨਾ ਕੁ ਪੈਰ ਗੱਡ ਕੇ, ਕਿੰਨੇ ਕੁ ਇੱਕੇ ਨਾਲੇ ਕੰਮ ਕਰਦੇ ਨੇ, ਕਿ ਉਸੇ ਤਰ੍ਹਾਂ ਗੁੱਟਾਂ 'ਚ ਫਿਰੀ ਜਾਣਗੇ। ਸਿਰਫ ਨਵੀਆਂ ਟੈਗਲਾਈਨ ਜਿਵੇਂ ਇੱਥੇ ਉਹ ਲੱਗ ਜਾਂਦੀਆਂ ਨੇ ਤੁਹਾਡੀ ਛਾਤੀ ਦੇ ਉੱਤੇ, ਕਿ ਲਓ ਜੀ ਤੁਹਾਡੀ ਨੇਮ ਪਲੇਟ ਨਵੀਂ ਲੱਗ ਗਈ, ਕਿ ਨੇਮ ਪਲੇਟਾਂ ਹੀ ਦਿਖਦੀਆਂ ਨੇ ਕਿ ਆਪ ਵੀ ਦਿਖਦੇ ਨੇ, ਧਰਾਤਲ ਤੇ ਦੇਖਣ ਵਾਲੀ ਗੱਲ ਉਹ। ਸਹੀ ਹੈ ਜੀ। ਵਿਰੋਧੀ ਧਿਰਾਂ ਦਾ ਕੰਮ ਕੱਲਾ ਦਿੱਲੀ ਜਾ ਕੇ ਬੈਠਣਾ ਨਹੀਂ ਹੁੰਦਾ ਜਾਂ ਉਹਦੇ ਮੰਗਣਾ ਨਹੀਂ ਹੁੰਦਾ, ਲੋਕਾਂ ਦੀ ਲੜਾਈ ਵੀ ਲੜਨੀ ਹੁੰਦੀ ਹੈ, ਜਿਹੜੀ ਕਿ ਲੜਦੀ ਪੰਜਾਬ ਦੇ ਵਿੱਚ ਕਦੇ ਨਜ਼ਰ ਨਹੀਂ ਆਈ। ਬਿਲਕੁਲ ਸਹੀ। ਦੇਸ਼ ਪੱਧਰ ਤੇ ਵੀ ਨਹੀਂ ਨਜ਼ਰ ਆਈ ਜੀ, ਲੋਕਾਂ ਦੇ ਵਿੱਚ ਵੀ ਇੱਥੇ ਵੀ ਨਹੀਂ ਨਜ਼ਰ ਆਈ।